ਏਕ ਓਂਕਾਰ ਏਕ ਓਂਕਾਰ ਏਕ ਓਂਕਾਰ ਸਤਿਗੁਰ ਪ੍ਰਸਾਦਿ। ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ, ਫਿਰ ਸੰਕਟ ਜੋਨ ਗਰਭ ਨਾ ਆਇਓ। ਸਮੁੱਚੇ ਨਾਨਕ ਨਾਮ ਲੇਵਾ ਜਗਤ ਨੂੰ ਸਾਂਝਾ ਟੀਵੀ ਵੱਲੋਂ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਇਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਵਣ। ਇਸ ਪਵਿੱਤਰ ਦਿਹਾੜੇ ਦੇ ਸੰਬੰਧ ਵਿੱਚ ਅੱਜ ਅਸੀਂ ਵਿਚਾਰ ਕਰਾਂਗੇ ਸਤਿਗੁਰੂ ਸਾਹਿਬ ਜੀ ਦੇ ਜੀਵਨ ਦੀਆਂ ਘਟਨਾਵਾਂ ਤੇ ਉਹਨਾਂ ਵੱਲੋਂ ਸਿੱਖੀ ਪ੍ਰਚਾਰ ਪ੍ਰਸਾਰ ਲਈ ਕੀਤੇ ਗਏ ਉਪਰਾਲਿਆਂ ਦੇ ਬਾਰੇ। ਸਾਂਝਾ ਟੀਵੀ ਦੇ ਇਸ ਵਿਸ਼ੇਸ਼ ਪ੍ਰੋਗਰਾਮ ਮਹਾਨ ਕੋਸ਼ ਗੁਰ ਇਤਿਹਾਸ ਵਿੱਚ ਅੱਜ ਸਾਡੇ ਨਾਲ ਮੌਜੂਦ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਸਾਬਕਾ ਕਾਰਜਕਾਰੀ ਜਥੇਦਾਰ ਤੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਸੁਖਵਿੰਦਰ ਸਿੰਘ ਜੀ। ਅੱਜ ਆਓ ਉਹਨਾਂ ਨਾਲ ਗੁਰੂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਤੇ ਸਾਂਝਾ ਟੀਵੀ ਵੱਲੋਂ ਆਪ ਜੀ ਦਾ ਸਟੂਡੀਓ ਵਿੱਚ ਆਉਣ 'ਤੇ ਨਿੱਘਾ ਸਵਾਗਤ ਹੈ। ਅੱਜ ਅਸੀਂ ਤੁਹਾਡੇ ਨਾਲ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਜੀਵਨ ਸੰਬੰਧੀ ਵਿਚਾਰਾਂ ਕਰਨੀਆਂ ਹਨ। ਤੇ ਸਭ ਤੋਂ ਪਹਿਲਾਂ ਆਪ ਜੀ ਨੂੰ ਇਹ ਬੇਨਤੀ ਹੈ ਕਿ ਜਦੋਂ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ ਉਸ ਸਮੇਂ ਹਿੰਦੁਸਤਾਨ ਦੀ ਪੰਜਾਬ ਦੀ ਧਾਰਮਿਕ ਰਾਜਨੀਤਿਕ ਸਮਾਜਿਕ ਹਾਲਤ ਕਿਹੋ ਜਿਹੀ ਸੀ ਤੇ ਸਿੱਖ ਧਰਮ ਉਸ ਵੇਲੇ ਕਿਸ ਮੁਕਾਮ 'ਤੇ ਸੀ, ਸਾਨੂੰ ਇਹ ਜਾਣਕਾਰੀ ਬਖਸ਼ਿਸ਼ ਕਰੋ ਜੀ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਅੱਜ ਦਾ ਇਹ ਮਹਾਨ ਪਵਿੱਤਰ ਦਿਹਾੜਾ ਖਾਲਸਾ ਪੰਥ ਦੇ ਅੰਦਰ ਖਾਸ ਮਹਾਨਤਾ ਰੱਖਦਾ ਹੈ, ਕਿਉਂਕਿ ਅੱਜ ਦੇ ਦਿਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੰਚਮ ਸਰੂਪ ਸ਼ਹੀਦਾਂ ਦੇ ਸਰਤਾਜ ਗੁਰਬਾਣੀ ਰਚਨਹਾਰ ਸ਼ਾਂਤੀ ਦੇ ਪੁੰਜ ਜਿਨ੍ਹਾਂ ਸਤਿਗੁਰਾਂ ਦੀ ਉਸਤਤ ਵਡਿਆਈ ਮਹਿਮਾ ਕਰਦਿਆਂ ਹੋਇਆਂ ਭੱਟਾਂ ਨੇ ਪਵਿੱਤਰ ਗੁਰਬਾਣੀ ਸਵਈਆਂ ਦੇ ਅੰਦਰ ਜ਼ਿਕਰ ਕੀਤਾ ਹੈ ਕਿ ਧਰਨ ਗਗਨ ਨਵ ਖੰਡ ਮਹਿ ਜੋਤ ਸਭ ਰੂਪੀ ਰਹਿਓ ਭਾਰ ਭਾਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਹਰੀ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੱਖ ਸਰੂਪ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅੱਜ ਗੁਰਤਾ ਗੱਦੀ ਦਿਵਸ ਹੈ। ਸੋ ਇਸ ਵਾਸਤੇ ਸਭ ਤੋਂ ਪਹਿਲੇ ਸਮੂਹ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਇਸ ਦਿਹਾੜੇ ਦੀ ਦਾਸ ਵੱਲੋਂ ਬਹੁਤ ਬਹੁਤ ਮੁਬਾਰਕ, ਬਹੁਤ ਬਹੁਤ ਵਧਾਈ ਹੋਵੇ। ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿਸ ਵਕਤ ਇਸ ਸੰਸਾਰ ਦੇ ਅੰਦਰ
ਆਪਣਾ ਅਵਤਾਰ ਧਾਰਨ ਕੀਤਾ, ਉਸ ਵਕਤ ਇਹ ਹਿੰਦੁਸਤਾਨ ਅਥਵਾ ਪੰਜਾਬ ਦੀ ਰਾਜਨੀਤਿਕ, ਸਮਾਜਿਕ, ਧਾਰਮਿਕ ਜੋ ਹਾਲਤ ਸੀ ਬਹੁਤ ਹੀ ਹੈਰਾਨੀਜਨਕ ਸਨ। ਜੇਕਰ ਆਪਾਂ ਇਵੇਂ ਕਹਿ ਲਈਏ ਕਿ ਉਸ ਸਮੇਂ ਸੰਸਾਰ ਦੇ ਅੰਦਰ ਤਿੰਨ ਤਰ੍ਹਾਂ ਦਾ ਬੜਾ ਭਾਰੀ ਉਪਦਰਵ ਹੋ ਰਿਹਾ ਸੀ। ਉਹ ਉਪਦਰਵ ਸੀ, ਸਭ ਤੋਂ ਪਹਿਲੇ ਰਾਜ ਉਪਦਰਵ, ਦੂਸਰਾ ਸਮਾਜ ਉਪਦਰਵ, ਇਸੇ ਤਰ੍ਹਾਂ ਹੀ ਤੀਸਰਾ ਧਰਮ ਉਪਦਰਵ। ਔਰ ਜਿਸ ਦੀ ਬਾਬਤ ਭਾਈ ਗੁਰਦਾਸ ਜੀ ਨੇ ਵੀ ਆਪਣੀ ਰਚਨਾ ਦੇ ਅੰਦਰ ਜ਼ਿਕਰ ਕੀਤਾ ਹੈ ਕਿ ਰਾਜੇ ਰਾਜ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ। ਉਸ ਸਮੇਂ ਦੀ ਰਾਜਨੀਤਿਕ ਜੋ ਹਾਲਤ ਸੀ ਬਹੁਤ ਹੀ ਭੈੜੀ ਬਣੀ ਹੋਈ ਸੀ। ਰਾਜੇ ਲੋਕ ਪ੍ਰਜਾ ਨੂੰ ਲੁੱਟ ਰਹੇ ਸਨ, ਕੁੱਟ ਰਹੇ ਸਨ, ਔਰ ਇਸੇ ਤਰ੍ਹਾਂ ਹੀ ਆਪਸ ਦੇ ਅੰਦਰ ਜੋ ਧਰਮ ਦੇ ਠੇਕੇਦਾਰ ਆਪਣੇ ਆਪ ਨੂੰ ਅਖਵਾ ਰਹੇ ਸਨ, ਉਹ ਵੀ ਵੱਡੀ ਲੈ ਕੇ ਆਪਣਾ ਜਿਹੜਾ ਹੱਕ ਸੀ ਉਹ ਗਵਾ ਰਹੇ ਸਨ। ਸੱਚ ਨੂੰ ਝੂਠ ਔਰ ਝੂਠ ਨੂੰ ਸੱਚ ਕਹਿ ਰਹੇ ਸਨ। ਔਰ ਜੋ ਪ੍ਰਜਾ ਸੀ ਬਹੁਤ ਹੀ ਬੇਬਲ ਹੋਈ ਸੀ। ਔਰ ਜੋ ਇਸ ਸੰਸਾਰ ਦੇ ਅੰਦਰ, ਹਿੰਦੁਸਤਾਨ ਦੇ ਅੰਦਰ ਜੋ ਪ੍ਰਜਾ ਬਹੁਤ ਦੁਖੀ ਸੀ, ਔਰ ਇਸ ਦੁੱਖ ਨੂੰ ਨਿਵਰਤ ਕਰਨ ਦੇ ਵਾਸਤੇ ਹੀ ਸੋ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਸੰਸਾਰ ਦੇ ਅੰਦਰ 19 ਵੈਸਾਖ ਸੰਮਤ 1620 ਨੂੰ ਆਪਣਾ ਜਿਹੜਾ ਇਹ ਅਵਤਾਰ, ਆਪਣਾ ਇਹ ਪ੍ਰਕਾਸ਼ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਗ੍ਰਹਿ ਵਿਖੇ ਮਾਤਾ ਭਾਨੀ ਜੀ ਦੀ ਪਵਿੱਤਰ ਕੁੱਖ ਤੋਂ ਗੋਇੰਦਵਾਲ ਸਾਹਿਬ ਨਗਰ ਦੇ ਵਿੱਚ ਧਾਰਨ ਕੀਤਾ। ਔਰ ਇਸ ਤਰ੍ਹਾਂ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਇਸ ਸੰਸਾਰ ਦੇ ਅੰਦਰ ਜੋ ਇਹ ਉਪਦਰਵ ਹੋ ਰਹੇ ਸਨ, ਜਾਂ ਜੋ ਇਹ ਲੋਕਾਈ ਦੇ ਉੱਪਰ ਬੜਾ ਭਾਰੀ ਜੋ ਕਸ਼ਟ ਹੋ ਰਿਹਾ ਸੀ, ਸੋ ਇਸ ਨੂੰ ਨਿਵਰਤ ਕਰਨ ਦੇ ਵਾਸਤੇ ਸੋ ਇਸ ਸੰਸਾਰ ਦੇ ਵਿੱਚ ਸਤਿਗੁਰਾਂ ਨੇ ਆਉਣਾ ਕੀਤਾ। ਭਾਈ ਸਾਹਿਬ ਜੀ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਦੇ ਵਿੱਚ ਤੁਸੀਂ ਦੱਸਿਆ ਕਿ ਗੁਰੂ ਅਰਜਨ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਪਰ ਗੁਰੂ ਅਮਰਦਾਸ ਸਾਹਿਬ ਜੀ ਵੀ ਉਹਨਾਂ ਦੇ ਰਿਸ਼ਤੇਦਾਰ ਸਨ। ਕੋਈ ਉਹਨਾਂ ਦੇ ਨਾਲ ਉਹਨਾਂ ਦੇ ਜੀਵਨ ਦੀ ਕੋਈ ਘਟਨਾ ਸਾਂਝੀ ਕਰੋ ਜੀ। ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੋ ਆਪਣੇ ਨਾਨਕੇ ਘਰ ਗੋਇੰਦਵਾਲ ਸਾਹਿਬ ਵਿਖੇ ਅਵਤਾਰ ਧਾਰਨ ਕੀਤਾ, ਔਰ ਸਤਿਗੁਰਾਂ ਦਾ ਜਿਹੜਾ ਬਚਪਨ ਹੈ ਇਹ ਵੀ ਗੋਇੰਦਵਾਲ ਸਾਹਿਬ ਵਿਖੇ ਬਤੀਤ ਹੋਇਆ। ਔਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਰਿਸ਼ਤੇ ਦੇ ਵਿੱਚੋਂ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਨਾ ਜੀ ਲੱਗਦੇ ਸਨ। ਔਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਗੋਇੰਦਵਾਲ ਸਾਹਿਬ ਦੇ ਅੰਦਰ ਰਹਿੰਦਿਆਂ ਹੋਇਆਂ, ਵਿਚਰਦਿਆਂ ਹੋਇਆਂ ਸੋ ਇੱਕ ਐਸੀ ਘਟਨਾ ਵਾਪਰੀ ਜੋ ਇੱਕ ਇਤਿਹਾਸ ਦਾ ਅੰਗ ਬਣੀ ਜੀ। ਜ਼ਿਕਰ ਹੁੰਦਾ ਹੈ ਕਿ ਇੱਕ ਦਿਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਤਿਕਾਰਯੋਗ ਮਾਤਾ ਭਾਨੀ ਜੀ ਆਪਣੇ ਘਰ ਦੇ
ਕੰਮਾਂ ਦੇ ਵਿੱਚ ਮਸਰੂਫ ਸਨ। ਔਰ ਉਸ ਵਕਤ ਸਾਹਿਬਜ਼ਾਦੇ ਦੀ ਕੋਈ ਉਮਰ 1 ਸਾਲ ਦੀ ਹੋਵੇਗੀ ਔਰ ਰਿੜ੍ਹਦੇ ਸਨ। ਔਰ ਸਤਿਗੁਰੂ ਜੀ ਰਿੜ੍ਹਦੇ ਜਿਸ ਅਸਥਾਨ 'ਤੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਸਿੰਘਾਸਨ ਸੀ, ਉਸ ਸਿੰਘਾਸਨ ਦੇ ਕੋਲ ਚਲੇ ਗਏ। ਰਿੜ੍ਹਨੇ ਕਰਕੇ ਸਰੀਰ ਦੇ ਸਾਰੇ ਅੰਗਾਂ ਨੂੰ ਧੂੜ ਮਿੱਟੀ ਆਦਿਕ ਜਿਹੜੀ ਇਹ ਲੱਗੀ ਹੋਈ ਸੀ। ਔਰ ਕੀ ਹੋਇਆ, ਸਾਹਿਬਜ਼ਾਦਾ ਸਤਿਗੁਰਾਂ ਦੇ ਸਿੰਘਾਸਨ ਦੇ ਉੱਪਰ ਚੜ੍ਹਨ ਦੇ ਵਾਸਤੇ ਜਿਸ ਵਕਤ ਤਿਆਰੀ ਕਰ ਰਹੇ ਸਨ, ਇਤਨੇ ਨੂੰ ਮਾਤਾ ਜੀ ਨੇ ਦੇਖਿਆ, ਬੜੀ ਛੇਤੀ ਦੇ ਨਾਲ ਕਾਹਲੀ ਦੇ ਨਾਲ ਉੱਠ ਕਰਕੇ ਸਾਹਿਬਜ਼ਾਦੇ ਦੇ ਕੋਲ ਆਏ ਔਰ ਫੜਨ ਦਾ ਜਦੋਂ ਯਤਨ ਕਰਨ ਲੱਗੇ ਤਾਂ ਇਤਨੇ ਨੂੰ ਸਿੰਘਾਸਨ ਦੀ ਬਾਹੀ ਨੂੰ ਸਾਹਿਬਜ਼ਾਦੇ ਨੇ ਆਪਣਾ ਹੱਥ ਪਾਇਆ। ਹੱਥ ਪਾਉਣ ਦੇ ਨਾਲ ਜਦੋਂ ਸਿੰਘਾਸਨ ਥੋੜ੍ਹਾ ਜਿਹਾ ਹਿੱਲਿਆ, ਉਸ ਵਕਤ ਸਤਿਗੁਰਾਂ ਦੇ ਨੇਤਰ ਖੁੱਲੇ ਔਰ ਆਪਣੇ ਮੁਖ ਦੇ ਵਿੱਚੋਂ ਕਹਿਣ ਲੱਗੇ ਕਿ ਇਹ ਸਾਡਾ ਜਿਹੜਾ ਸਿੰਘਾਸਨ ਹੈ, ਇਹ ਕਿਸ ਨੇ ਹਿਲਾਇਆ। ਦੇਖਿਆ ਦੋਤੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਬਾਲਕ ਸਰੂਪ ਦੇ ਵਿੱਚ ਸਨ। ਮਾਤਾ ਜੀ ਜਿਸ ਵਕਤ ਚੁੱਕਣ ਲੱਗੇ ਤੇ ਸਤਿਗੁਰੂ ਜੀ ਕਹਿਣ ਲੱਗੇ, ਬੀਬੀ ਜੀ ਇਹਨਾਂ ਨੂੰ ਰੋਕੋ ਨਾ, ਜਿਵੇਂ ਇਹ ਕਰਦੇ ਇਹਨਾਂ ਨੂੰ ਕਰ ਲੈਣ ਦਿਓ। ਸੁਭਾਅ ਹੀ ਆਪਣੇ ਮੁਖ ਦੇ ਵਿੱਚੋਂ ਸਤਿਗੁਰੂ ਜੀ ਬਚਨ ਕਹਿਣ ਲੱਗੇ ਕਿ ਬੇਟਾ ਅਜੇ ਕਾਹਲੀ ਨਾ ਕਰੋ, ਆਪ ਜੀ ਤੋਂ ਪਹਿਲੇ ਆਪ ਜੀ ਦੇ ਪਿਤਾ ਨੇ ਇਹ ਗੁਰਤਾ ਗੱਦੀ ਦੇ ਉੱਪਰ ਬੈਠਣਾ, ਬਾਅਦ ਦੇ ਵਿੱਚ ਆਪ ਜੀ ਦੀ ਵਾਰੀ ਆਵੇਗੀ। ਨਾਲ ਹੀ ਸਤਿਗੁਰਾਂ ਨੇ ਬਾਹਾਂ ਤੋਂ ਪਕੜ ਕੇ ਉੱਪਰ ਨੂੰ ਜਦੋਂ ਚੱਕਿਆ, ਬਚਨ ਕੀਤਾ ਕਿ ਇਹ ਆਉਣ ਵਾਲੇ ਸਮੇਂ ਦੇ ਅੰਦਰ ਬੜੇ ਇਹ ਭਾਰੀ ਹੋਣਗੇ। ਤੇ ਨਾਲ ਹੀ ਇਹ ਬਚਨ ਕਹਿ ਦਿੱਤਾ ਕਿ ਦੋਹੇ ਥਾ ਬਾਣੀ ਕਾ ਬੋਹੇ ਥਾ, ਕਿ ਇਹ ਆਉਣ ਵਾਲੇ ਸਮੇਂ ਦੇ ਅੰਦਰ ਇਹ ਬਾਣੀ ਦੇ ਬੋਹੇ ਥਾ, ਇਹ ਬਾਣੀ ਦੇ ਇਹ ਜਹਾਜ਼ ਹੋਣਗੇ। ਔਰ ਜਿਸ ਬਾਣੀ ਨੂੰ ਪੜ੍ਹ ਕਰਕੇ ਸੁਣ ਕਰਕੇ ਵਿਚਾਰ ਕਰਕੇ ਹਿਰਦੇ ਦੇ ਵਿੱਚ ਧਾਰਨ ਕਰਕੇ ਇਹ ਕਲਯੁਗੀ ਜੀਵ ਇਸ ਭੈਦਾਇਕ ਸੰਸਾਰ ਸਮੁੰਦਰ ਤੋਂ ਪਾਰ ਹੋਣਾ ਕਰਨਗੇ। ਭਾਈ ਸਾਹਿਬ ਜੀ, ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦਾ ਸੁਭਾਅ ਕਿਹੋ ਜਿਹਾ ਸੀ ਤੇ ਉਹ ਕਿੰਨੇ ਭੈਣ ਭਰਾ ਸਨ ਜੀ? ਜਿਵੇਂ ਆਪ ਜੀ ਨੂੰ ਪਹਿਲਾਂ ਵੀ ਦਾਸ ਨੇ ਜਣਾਇਆ ਕਿ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਸ ਵਕਤ ਬਾਲਕ ਅਵਸਥਾ ਦੇ ਵਿੱਚ ਸਨ, ਤਾਂ ਉਸ ਵਕਤ ਉਹਨਾਂ ਦਾ ਸੁਭਾਅ ਬਹੁਤ ਹੀ ਸ਼ਾਂਤ ਸਰੂਪ ਸੀ, ਬੜੇ ਹੀ ਤਤ ਬੀਤੇ ਸਨ ਔਰ ਬ੍ਰਹਮ ਗਿਆਨੀ ਸਨ। ਇੱਥੇ ਹੀ ਬਸ ਨਹੀਂ, ਪਟਾਨੇ ਪਵਿੱਤਰ ਗੁਰਬਾਣੀ ਦੇ ਅੰਦਰ ਸਵਈਆਂ ਦੇ ਅੰਦਰ ਸਤਿਗੁਰਾਂ ਦੀ ਬਾਬਤ ਇਵੇਂ ਜ਼ਿਕਰ ਕੀਤਾ ਕਿ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਸਤਿਗੁਰੂ ਜੀ ਜਨਮ ਤੋਂ ਹੀ ਗੁਰੂ ਕੀ ਸਿੱਖਿਆ ਦੁਆਰਾ ਬ੍ਰਹਮ ਨੂੰ ਪਹਿਚਾਨਣ ਵਾਲੇ ਸਨ ਔਰ ਮਹਾਨ ਸ਼ਖਸੀਅਤ ਸਨ। ਜਿਵੇਂ ਸਿਆਣਿਆਂ ਨੇ ਕਥਨ ਕੀਤਾ ਕਿ ਇਹ ਗੁਰਮਤਿ ਦੇ ਅੰਦਰ
ਚਾਰ ਤਰ੍ਹਾਂ ਦੇ ਜਿਹੜੇ ਆਦਮੀ ਹੈ ਉਹ ਹੋਇਆ ਕਰਦੇ ਆ। ਉਹਨਾਂ ਦੇ ਵਿੱਚ ਪਹਿਲੀ ਕਿਸਮ ਦੇ ਉਹ ਮਨੁੱਖ ਹੈ ਜਿਹੜੇ ਸੰਸਾਰ ਦੇ ਵਿੱਚ ਜਿਸ ਵਕਤ ਜਨਮ ਲੈਣਾ ਕਰਦੇ ਆ, ਆਪਣੀ ਅੱਖ ਖੋਲ੍ਹਦੇ ਆ ਤੇ ਉਸ ਵਕਤ ਉਹ ਪਰਮੇਸ਼ਰ ਵਾਹਿਗੁਰੂ ਦੀ ਗੋਦ ਦੇ ਵਿੱਚ ਬੈਠੇ ਹੁੰਦੇ। ਦੂਸਰੇ ਐਸੇ ਮਨੁੱਖ ਹਨ ਜਿਹੜੇ ਇਹ ਜਨਮ ਲੈ ਕਰਕੇ ਸਾਧਨਾ ਕਰਦੇ ਆ। ਸਾਧਨਾ ਕਰਨ ਦੇ ਨਾਲ ਨਾਲ ਹੌਲੀ ਹੌਲੀ ਉਹ ਪਰਮੇਸ਼ਰ ਵਾਹਿਗੁਰੂ ਦੇ ਨਾਲ ਮਿਲਣਾ ਕਰਦੇ, ਅਭੇਦ ਹੋਣਾ ਕਰਦੇ ਆ। ਇਸੇ ਤਰ੍ਹਾਂ ਤੀਸਰੀ ਕਿਸਮ ਦੇ ਉਹ ਲੋਕ ਕਿ ਇੱਕ ਕਦਮ ਉਹ ਅੱਗੇ ਚੱਲਦੇ ਫਿਰ ਇੱਕ ਕਦਮ ਪਿੱਛੇ ਨੂੰ ਆ ਜਾਂਦੇ ਆ। ਭਾਵ ਕਿ ਆਪਣੀ ਜ਼ਿੰਦਗੀ ਦੇ ਅੰਦਰ ਜਾਪ ਤਪ ਆਦਿਕ ਕਰਦੇ ਪਰ ਫਿਰ ਪਿੱਛੇ ਆ ਜਾਂਦੇ ਆ, ਦੂਸਰੇ ਕਰਮਾਂ ਦੇ ਵਿੱਚ ਪ੍ਰਵਿਰਤ ਹੋ ਜਾਂਦੇ ਆ, ਜਾਂ ਇੱਕ ਕਦਮ ਅੱਗੇ ਚੱਲਣ ਦੀ ਨਿਆਈ ਉਹ ਚੰਗੇ ਕਰਮ ਕਰਦੇ ਆ ਪਰ ਫਿਰ ਪਿੱਛੇ ਆ ਕੇ ਮਾੜੇ ਕਰਮਾਂ ਦੇ ਵਿੱਚ ਉਹ ਪ੍ਰਵਿਰਤ ਹੋ ਜਾਂਦੇ। ਇੱਕ ਹੀ ਹੈ। ਚੌਥੀ ਕਿਸਮ ਦੇ ਐਸੇ ਲੋਕ ਹਨ ਕਿ ਜਿਹੜੇ ਦੂਸਰਿਆਂ ਨੂੰ ਉਪਦੇਸ਼, ਦੂਸਰਿਆਂ ਨੂੰ ਸਿੱਖਿਆ ਤਾਂ ਦਿੰਦੇ ਪਰ ਉਸ ਸਿੱਖਿਆ ਨੂੰ ਆਪ ਗ੍ਰਹਿਣ ਨਹੀਂ ਕਰਦੇ, ਆਪ ਧਾਰਨ ਨਹੀਂ ਕਰਦੇ। ਅਵ ਉਪਦੇਸ਼ ਹੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਅਥਵਾ ਪੰਡਤ ਹੁਆ ਵਿਚਰੈ ਭਵ ਮੈਂ, ਨਿਜ ਪ੍ਰਯੋਜਨ ਡਾਰ ਦਇਓ ਅਨਕੂਲਾ, ਔਰਨ ਕੋ ਉਪਦੇਸ਼ ਬਤਾਵਤ, आप बंदियो जैसे गढ़ को झूला। असा कबीर अवरह को उपदेश ते, मुख में पर है खेत, रास बिनानी राखते खाया कर खेत। और इन्हां चार तरह के जिहड़े ये पुरख है उन्हां दे विचों जो पहली किस्म के जिहड़े पुरख है उन्हां दे विचों है साहिब सतगुरु श्री गुरु अर्जन देव जी महाराज, सतगुरु श्री गुरु नानक देव जी अथवा 10वें ही पातशाहियां। दूसरी किस्म के जो ये संत भगत परमेश्वर वाहिगुरु दे प्यारे ये आंदे आ। सो साहिब सतगुरु श्री गुरु अर्जन देव जी महाराज जिन्हां ने जन्म तो ही ब्रह्म नूं पछाण लिया ते उन्हां दा जिहड़ा सुभाਅ सी वो भी ऐसा शांत सुभाਅ सी। ਕਿਸੇ ਦੇ ਨਾਲ ਕੋਈ ਈਰਖਾ द्वैस बैर विरोध आदि ਜਿਹੜਾ ਇਹ ਨਹੀਂ ਸਨ ਰੱਖਿਆ ਕਰਦੇ। ਔਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ 3 ਸਪੁੱਤਰਾਂ ਦੇ ਵਿੱਚੋਂ ਸਭ ਤੋਂ ਛੋਟੇ ਸਪੁੱਤਰ ਸਨ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਵੱਡੇ ਜੋ ਸਪੁੱਤਰ ਉਹਨਾਂ ਦਾ ਨਾਮ ਪ੍ਰੀਤੀ ਮੱਲ ਸੀ, ਜਿਨ੍ਹਾਂ ਦਾ ਜਨਮ ਸੰਮਤ 1615 ਦੇ ਵਿੱਚ ਹੋਇਆ। ਦੂਸਰੇ ਸਪੁੱਤਰ ਬਾਬਾ ਮਹਾਦੇਵ ਜੀ ਜਿਨ੍ਹਾਂ ਦਾ ਜਨਮ 1617 ਸੰਮਤ ਦੇ ਵਿੱਚ ਹੋਇਆ ਅਤੇ ਇਸੇ ਤਰ੍ਹਾਂ ਹੀ ਤੀਸਰੇ ਸਪੁੱਤਰ ਸਨ ਸਾਹਿਬ ਸਤਿਗੁਰੂ श्री गुरु अर्जन देव जी महाराज। सतगुरु रामदास साहब जी ने अपने तिन्ने सपुत्रां गुरता गद्दी बख्शिश करने वाले किवें ਪ੍ਰੀਖਿਆ ਲਈ ਤੇ ਉਸ ਪ੍ਰੀਖਿਆ ਵਿੱਚ ਧੰਨ ਗੁਰੂ ਅਰਜਨ ਸਾਹਿਬ ਕਿਵੇਂ ਸਫਲ ਹੋਏ ਜੀ? ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਸਤਿਗੁਰਾਂ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ और सतगुरां दी सदा ही आग्या दे विच हुक्म दे विच चलदे सन। सदा ही पिता सतगुरां दी सेवा दे विच रिहा करदे सन। और जिस वक्त आपां
ਗੁਰ ਇਤਿਹਾਸ ਨੂੰ ਗਹੁ ਦੇ ਨਾਲ ਵਿਚਾਰਦੇ ਹਾਂ ਤਾਂ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਸ ਵਕਤ ਆਪਣੇ ਸੇਵਕ ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਗੁਰਤਾ ਗੱਦੀ ਬਖਸ਼ਿਸ਼ ਕਰਨ ਤੋਂ ਪਹਿਲਾਂ ਉਹਨਾਂ ਦੀ ਜੋ ਪ੍ਰੀਖਿਆ ਕੀਤੀ, ਆਪਣੇ ਸਾਹਿਬਜ਼ਾਦਿਆਂ ਦੀ ਪ੍ਰੀਖਿਆ ਕੀਤੀ, ਆਪਣੇ ਸੇਵਕਾਂ ਦੀ, ਗੁਰਸਿੱਖਾਂ ਦੀ ਪ੍ਰੀਖਿਆ ਕੀਤੀ ਔਰ ਉਸ ਪ੍ਰੀਖਿਆ ਦੇ ਵਿੱਚ ਭਾਈ ਲਹਿਣਾ ਜੀ ਸੰਪੂਰਨ ਹੋਏ, ਉਹਨਾਂ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ। ਇਸੇ ਤਰ੍ਹਾਂ ਸਾਹਿਬ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਵੀ ਗੁਰਤਾ ਗੱਦੀ ਦੇਣ ਤੋਂ ਪਹਿਲੇ ਪ੍ਰੀਖਿਆ ਕੀਤੀ। ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦਾ ਜੀਵਨ ਇਤਿਹਾਸ ਜਿਸ ਵਕਤ ਆਪਾਂ ਵਾਚਦੇ ਹਾਂ ਤਾਂ ਉਹਨਾਂ ਨੇ ਵੀ ਗੁਰਤਾ ਗੱਦੀ ਦੇਣ ਤੋਂ ਪਹਿਲੇ ਪਰਖ ਕੀਤੀ। ਜੋ ਪਰਖ ਦੇ ਵਿੱਚ ਪੂਰੇ ਉਤਰੇ, ਉਹਨਾਂ ਨੂੰ ਗੁਰਤਾ ਗੱਦੀ ਦੇ ਉੱਪਰ ਬਿਠਾਉਣਾ ਕੀਤਾ। ਔਰ ਇਸੇ ਤਰ੍ਹਾਂ ਹੀ ਸੋ ਸਿੰਘ ਸਾਹਿਬ ਜੀ, ਆਪ ਜੀ ਬੜੀ ਵੱਡਮੁੱਲੀ ਜਾਣਕਾਰੀ ਸਾਨੂੰ ਬਖਸ਼ਿਸ਼ ਕਰ ਰਹੇ ਸੀ ਤੇ ਹੁਣ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਜੀ। ਏਕ ਓੰਕਾਰ ਸਤਿਗੁਰ ਪ੍ਰਸਾਦਿ। ਗੁਰੂ ਪਿਆਰੀ ਸੰਗਤ ਜੀ, ਬ੍ਰੇਕ ਤੋਂ ਬਾਅਦ ਫਿਰ ਆਪ ਜੀ ਦਾ ਸਵਾਗਤ ਹੈ। ਤੇ ਸਿੰਘ ਸਾਹਿਬ ਜੀ, ਅਸੀਂ ਗੱਲ ਕਰ ਰਹੇ ਸਾਂ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਜਦੋਂ ਗੁਰਤਾ ਗੱਦੀ ਦੇ ਵਾਸਤੇ ਉਹਨਾਂ ਦੀ ਪ੍ਰੀਖਿਆ ਕੀਤੀ ਗਈ ਤੇ ਕਿਵੇਂ ਉਹ ਸਫਲ ਹੋਏ, ਤੁਸੀਂ ਇਹ ਗੱਲਬਾਤ ਸਾਨੂੰ ਦੱਸ ਰਹੇ ਸੀ ਤੇ ਜਰਾ ਵਿਸਥਾਰ ਦੇ ਨਾਲ ਸਮਝਾਓ ਜੀ। ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੋ ਅੰਮ੍ਰਿਤਸਰ ਸਾਹਿਬ ਜੀ ਵਿਖੇ ਕਾਰ ਸੇਵਾ ਕਰਵਾ ਰਹੇ ਸਨ। ਬੇਅੰਤ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਵਾਸਤੇ, ਕਾਰ ਸੇਵਾ ਕਰਨ ਦੇ ਵਾਸਤੇ ਆ ਰਹੀਆਂ ਸਨ। ਇਸੇ ਹੀ ਸਮੇਂ ਦੇ ਦੌਰਾਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਤਾਏ ਦੇ ਸਪੁੱਤਰ ਬਾਬਾ ਸਹਾਰੀ ਮੱਲ ਜੀ ਲਾਹੌਰ ਤੋਂ ਚੱਲ ਕਰਕੇ ਅੰਮ੍ਰਿਤਸਰ ਵਿਖੇ ਆਏ। ਸਤਿਗੁਰਾਂ ਦੇ ਪਵਿੱਤਰ ਚਰਨ ਕਮਲਾਂ ਤੇ ਨਮਸਕਾਰ ਕਰਨ ਤੋਂ ਉਪਰੰਤ ਬੇਨਤੀ ਕੀਤੀ ਕਿ हे ਸਤਿਗੁਰੂ ਜੀ, ਮੇਰੇ ਪੁੱਤਰ ਦਾ ਵਿਵਾਹ ਆਨੰਦ ਕਾਰਜ ਹੈ, ਇਸ ਤੇ ਆਪ ਕਿਰਪਾ ਕਰੋ, ਮੇਰੇ ਗ੍ਰਹਿ ਵਿਖੇ ਪਵਿੱਤਰ ਚਰਨ ਕਮਲ ਪਾਓ ਔਰ ਇਹ ਸਾਰਾ ਜਿਹੜਾ ਕਾਰਜ ਵਿਆਹ ਦਾ ਇਸ ਨੂੰ ਸੰਪੂਰਨ ਕਰੋ। ਦਾਸ ਔਰ ਸਾਰਾ ਪਰਿਵਾਰ ਇਹੀ ਚਾਹੁੰਦਾ, ਇਹੀ ਸਾਡੇ ਮਨ ਦੀ ਇੱਛਾ ਹੈ, ਮੰਗ ਹੈ, ਆਪ ਪੂਰੀ ਕਰੋ। ਬਾਬਾ ਸਹਾਰੀ ਮੱਲ ਦੀ ਇਸ ਬੇਨਤੀ ਨੂੰ ਸੁਣ ਕਰਕੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਪਣੇ ਸਭਾਏਮਾਨ ਮੁਖ ਤੋਂ ਬਚਨ ਕਹਿਣ ਲੱਗੇ ਕਿ ਭਾਈ ਸਹਾਰੀ ਮੱਲ ਜੀ, ਠੀਕ ਹੈ, ਤੁਹਾਡੇ ਗ੍ਰਹਿ ਵਿਖੇ ਖੁਸ਼ੀ ਦਾ ਇਹ ਕਾਰਜ ਹੈ, ਪਰ ਇੱਥੇ ਸਿੱਖ ਸੰਗਤਾਂ ਦਾ ਬਹੁਤ ਜ਼ਿਆਦਾ ਆਉਣ ਜਾਣ ਹੈ। ਜੇਕਰ ਅਸੀਂ ਤੁਹਾਡੇ ਨਾਲ ਚਲੇ ਗਏ, ਜੋ ਸੰਗਤਾਂ ਇੱਥੇ ਆਉਣਗੀਆਂ, ਦਰਸ਼ਨ ਨਾ ਹੋਏ ਤਾਂ ਉਹ ਉਦਾਸ ਹੋਣਗੀਆਂ। ਜੇ ਅਸੀਂ ਚਲੇ ਗਏ, ਸੰਗਤਾਂ ਸਾਡੇ ਨਾਲ ਜਾਣਗੀਆਂ, ਉੱਥੇ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਸੰਭਾਲੋਗੇ ਜਾਂ ਇਹ ਸੰਗਤਾਂ ਨੂੰ ਸੰਭਾਲੋਗੇ, ਤੁਹਾਡੇ ਵਾਸਤੇ ਇਹ ਬਹੁਤ ਕਠਿਨ ਗੱਲ ਹੈ। ਇਸ ਵਾਸਤੇ ਅਸੀਂ ਤੁਹਾਡੇ ਨਾਲ ਜਾ ਨਹੀਂ ਸਕਦੇ। ਇਹ ਬਚਨ ਸੁਣ ਕੇ ਸਹਾਰੀ ਮੱਲ ਜੀ ਕਹਿਣ ਲੱਗੇ, ਠੀਕ ਹੈ, ਜਿਵੇਂ ਆਪ ਜੀ ਦਾ ਹੁਕਮ। ਜੇ ਆਪ ਜੀ ਨਹੀਂ ਜਾ ਸਕਦੇ ਤਾਂ ਕਰੋ ਕਿਰਪਾ, ਆਪਣੇ ਸਾਹਿਬਜ਼ਾਦੇ ਨੂੰ ਕਿਸੇ ਨੂੰ ਭੇਜ ਦਿਓ।
ਇਹ ਬਚਨ ਸੁਣ ਕਰਕੇ ਸਤਿਗੁਰਾਂ ਨੇ ਆਪਣੇ ਵੱਡੇ ਸਪੁੱਤਰ ਪ੍ਰਿਥੀ ਚੰਦ ਨੂੰ ਆਪਣੇ ਕੋਲ ਬੁਲਾਇਆ। ਕਹਿਣ ਲੱਗੇ ਕਿ ਇਹ ਪ੍ਰਿਥੀ ਮਲ, ਇਹ ਤੁਹਾਡੇ ਤਾਇਆ ਜੀ ਲਾਹੌਰ ਤੋਂ ਚੱਲ ਕਰਕੇ ਆਏ ਹੈ। ਇਹਨਾਂ ਦੇ ਪੁੱਤਰ ਦਾ ਵਿਵਾਹ ਹੈ, ਇਸ ਵਾਸਤੇ ਤੁਸੀਂ ਇਹਨਾਂ ਦੇ ਨਾਲ ਜਾਓ। ਵਿਆਹ ਦਾ ਜੋ ਕਾਰਜ ਕਰਨਾ ਬਣ ਆਉਂਦਾ ਹੈ ਉਹ ਕਰਕੇ ਆਓ। ਜਿਸ ਪ੍ਰਿਥੀ ਚੰਦ ਨੇ ਇਹ ਗੱਲ ਸੁਣੀ, ਮਨ ਦੇ ਅੰਦਰ ਇਸ ਦੇ ਖੋਟ ਸੀ ਕਿ ਜੇ ਮੈਂ ਲਾਹੌਰ ਨੂੰ ਚਲੇ ਗਿਆ, ਮੇਰੇ ਤੋਂ ਬਾਅਦ ਕਿਤੇ ਇਹ ਗੁਰਤਾ ਗੱਦੀ ਮੇਰੇ ਛੋਟੇ ਭਰਾ ਨੂੰ ਨਾ ਦੇ ਦੇਣ। ਇਸ ਤਰ੍ਹਾਂ ਵਿਚਾਰ ਕੇ ਮਨ ਅੰਦਰ ਪਿਤਾ ਨੂੰ ਕਹਿਣ ਲੱਗਾ, ਪਿਤਾ ਜੀ, ਇਹ ਗੁਰੂ ਘਰ ਦੇ ਬਹੁਤ ਕਾਰਜ, ਤੁਸੀਂ ਤਾਂ ਇਹ ਕਾਰਜ ਕਰਦੇ ਨਹੀਂ। ਸੰਗਤਾਂ ਤੁਹਾਡੇ ਕੋਲ ਆਉਂਦੀਆਂ, ਤੁਸੀਂ ਉਹਨਾਂ ਨੂੰ ਦਰਸ਼ਨ ਦਿੰਦੇ, ਪਰ ਇਹ ਗੁਰੂ ਘਰ ਦਾ ਸਾਰਾ ਜਿਤਨਾ ਵੀ ਇਹ ਕਾਰਜ, ਚਾਹੇ ਸੰਗਤਾਂ ਨੂੰ ਲੰਗਰ ਛਕਾਉਣਾ, ਸੰਗਤਾਂ ਦੀ ਰਿਹਾਇਸ਼ ਦਾ ਪ੍ਰਬੰਧ ਕਰਨਾ, ਜੀ, ਜਾਂ ਜੋ ਸੰਗਤਾਂ ਦੇ ਵੱਲੋਂ ਕਾਰ ਭੇਟਾ ਆਉਂਦੀ ਹੈ ਉਸ ਨੂੰ ਸਾਂਭਣਾ, ਇਹ ਮੇਰੇ ਤੋਂ ਬਿਨਾਂ ਹੋਰ ਨਹੀਂ ਕਰ ਸਕਦਾ। ਵਿੱਚੋਂ ਉਸ ਨੂੰ ਖਤਰਾ ਇਹ ਸੀ ਕਿ ਜੇ ਮੈਂ ਚਲੇ ਗਿਆ ਕਿਤੇ ਸਤਿਗੁਰੂ ਜੀ ਤੋਂ ਦੂਰ ਹੋਣੇ ਕਰਕੇ ਇਹ ਗੁਰਤਾ ਗੱਦੀ ਮੇਰੇ ਛੋਟੇ ਭਰਾ ਨੂੰ ਨਾ ਦੇ ਦੇਣ। ਇਹ ਚਾਹੁੰਦਾ ਸੀ ਕਿ ਮੈਂ ਵੱਡਾ ਪੁੱਤਰ ਹਾਂ ਤੇ ਗੁਰਤਾ ਗੱਦੀ ਦੇ ਉੱਪਰ ਆਪਣਾ ਇਹ ਹੱਕ ਜਮਾਉਣਾ ਚਾਹੁੰਦਾ ਸੀ ਕਿ ਗੁਰਤਾ ਗੱਦੀ ਜਿਹੜੀ ਇਹ ਮੈਨੂੰ ਮਿਲਣੀ ਚਾਹੀਦੀ ਹੈ। ਇਸ ਤਰ੍ਹਾਂ ਵਿਚਾਰੇ ਕਿ ਪ੍ਰਿਥੀ ਚੰਦ ਨੇ ਪਿਤਾ ਸਤਿਗੁਰਾਂ ਨੂੰ ਲਾਹੌਰ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਆਪਣੇ ਛੋਟੇ ਸਪੁੱਤਰ ਬਾਬਾ ਮਹਾਦੇਵ ਜੀ ਨੂੰ ਆਪਣੇ ਕੋਲ ਬੁਲਾਇਆ। ਉਹਨਾਂ ਨੂੰ ਜਦੋਂ ਇਹ ਬਚਨ ਕੀਤਾ ਤਾਂ ਉਹ ਮਸ ਸੁਭਾਅ ਦੇ ਸਨ। ਉਹ ਕਹਿਣ ਲੱਗੇ, ਪਿਤਾ ਜੀ, ਮੈਨੂੰ ਇਸ ਸੰਸਾਰ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਹੈ ਕਿ ਸਾਡਾ ਕੋਈ ਭਰਾ ਹੈ ਜਾਂ ਕੋਈ ਸਾਡਾ ਪਿਤਾ ਹੈ, ਚਾਹੇ ਕੋਈ ਸਾਡਾ ਰਿਸ਼ਤੇਦਾਰ ਹੈ, ਇਹਨਾਂ ਦੇ ਨਾਲ ਮੇਰਾ ਕੋਈ ਸੰਬੰਧ ਨਹੀਂ ਹੈ। ਇਸ ਵਾਸਤੇ ਮੈਂ ਇਹਨਾਂ ਦੇ ਨਾਲ ਨਹੀਂ ਜਾ ਸਕਦਾ। ਵੱਡੇ ਸਪੁੱਤਰ ਨੇ ਵੀ ਜਾਣ ਤੋਂ ਇਨਕਾਰ ਜਦੋਂ ਕਰ ਦਿੱਤਾ, ਛੋਟੇ ਸਪੁੱਤਰ ਨੇ ਵੀ ਜਾਣ ਤੋਂ ਜਦੋਂ ਇਨਕਾਰ ਕਰ ਦਿੱਤਾ, ਤਾਂ ਫਿਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਆਪਣੇ ਛੋਟੇ ਸਪੁੱਤਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਆਪਣੇ ਕੋਲ ਬੁਲਾਇਆ। ਪਿਤਾ ਸਤਿਗੁਰਾਂ ਦੇ ਕੋਲ ਚੱਲ ਕਰਕੇ ਆਏ, ਸਤਿਗੁਰਾਂ ਦੇ ਪਵਿੱਤਰ ਚਰਨ ਕਮਲਾਂ ਤੇ ਨਮਸਕਾਰ ਕੀਤੀ, ਦੋਵੇਂ ਹੱਥ ਜੋੜ ਕਰਕੇ ਬੇਨਤੀ ਕੀਤੀ, ਪਿਤਾ ਸਤਿਗੁਰੂ ਜੀ, ਆਪ ਜੀ ਦਾ ਮੇਰੇ ਵਾਸਤੇ ਕੀ ਹੁਕਮ ਹੈ? ਆਪ ਜੀ ਨੇ ਮੈਨੂੰ ਕਿਉਂ ਆਪਣੇ ਕੋਲ ਬੁਲਾਇਆ? ਸਤਿਗੁਰੂ ਜੀ ਕਹਿਣ ਲੱਗੇ, ਹੈ ਪੁੱਤਰ, ਆ ਦੇਖੋ ਤੁਹਾਡੇ ਤਾਇਆ ਸਹਾਰੀ ਮਲ ਲਾਹੌਰ ਤੋਂ ਚੱਲ ਕਰਕੇ ਆਏ, ਇਹਨਾਂ ਦੇ ਪੁੱਤਰ ਦਾ ਵਿਵਾਹ ਹੈ। ਇਸ ਵਾਸਤੇ ਅਸੀਂ ਤਾਂ ਜਾ ਨਹੀਂ ਸਕਦੇ ਤੇ ਤੁਸੀਂ ਇਹਨਾਂ ਦੇ ਨਾਲ ਜਾ ਕੇ ਵਿਆਹ ਦੀਆਂ ਸਾਰੀਆਂ ਜਿਹੜੀਆਂ ਰਸਮਾਂ ਨੇ ਇਹ ਪੂਰੀਆਂ ਕਰੋ, ਪਰਿਵਾਰ ਵੱਲੋਂ। ਸਤਿਗੁਰਾਂ ਦੇ ਮੁਖ ਦੇ ਵਿੱਚ ਇਹ ਅੱਧਾ ਬਚਨ ਸੀ ਕਿ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੋਵੇਂ ਹੱਥ ਜੋੜ ਕਰਕੇ ਬੇਨਤੀ ਕਰਨਗੇ, ਸਤਿਗੁਰੂ ਜੀ, ਜਿਵੇਂ ਆਪ ਜੀ ਦਾ ਹੁਕਮ ਹੈ ਮੈਂ ਉਵੇਂ ਹੀ ਕਰਾਂਗਾ। ਹੁਣ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦਾ ਹੁਕਮ ਮੰਨ ਕਰਕੇ ਆਪਣੇ ਸਤਿਕਾਰਯੋਗ ਮਾਤਾ ਭਾਨੀ ਜੀ ਨੂੰ ਨਮਸਕਾਰ ਕੀਤੀ, ਉਹਨਾਂ ਦੇ ਪਾਸੋਂ ਆਗਿਆ ਲਈ। ਜਿਸ ਵਕਤ ਆਪਣੇ ਤਾਏ ਸਹਾਰੀ ਮੱਲ ਦੇ ਨਾਲ ਅੰਮ੍ਰਿਤਸਰ ਸਾਹਿਬ ਤੋਂ ਚੱਲਣ ਲੱਗੇ ਤੇ ਉਸ ਵਕਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਇੱਕ ਹੋਰ ਹੁਕਮ ਕੀਤਾ ਜੀ।
ਉਹ ਹੁਕਮ ਕੀ ਸੀ ਕਿ हे ਪੁੱਤਰ, ਜਾ ਕੇ ਇਹ ਵਿਆਹ ਦੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਤੁਸਾਂ ਨੇ ਆਪਣੀ ਧਰਮਸ਼ਾਲਾ ਦੇ ਵਿੱਚ ਟਿਕਣਾ ਹੈ। ਉੱਥੇ ਰਹਿ ਕਰਕੇ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਜਿਹੜਾ ਨਾ ਉਹ ਕਰਨਾ ਹੈ। ਜਦੋਂ ਤੱਕ ਅਸੀਂ ਤੁਹਾਨੂੰ ਬੁਲਾਉਂਦੇ ਨਹੀਂ, ਉਦੋਂ ਤੱਕ ਤੁਸਾਂ ਨੇ ਆਪ ਇੱਥੇ ਅੰਮ੍ਰਿਤਸਰ ਵਿਖੇ ਨਹੀਂ ਆਉਣਾ। ਪਿਤਾ ਜੀ ਸਤ ਬਚਨ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ। ਆਪਣੇ ਤਾਏ ਸਹਾਰੀ ਮੱਲ ਦੇ ਨਾਲ ਲਾਹੌਰ ਨੂੰ ਚੱਲਣ ਦੇ ਵਾਸਤੇ ਤਿਆਰ ਹੋਏ। ਸਤਿਗੁਰਾਂ ਦਾ ਸਾਥ ਛੱਡਣ ਨੂੰ ਚੇਤ ਨਹੀਂ ਕਰ ਲਿਆ, ਪਰ ਆਗਿਆ ਦੇ ਵਿੱਚ ਬੱਝੇ ਹੋਏ ਆਪਣੇ ਤਾਏ ਜੀ ਦੇ ਨਾਲ ਕ੍ਰਮ ਦਰ ਕ੍ਰਮ ਰਸਤੇ ਨੂੰ ਤੈਅ ਕਰਕੇ ਲਾਹੌਰ ਵਿਖੇ ਪਹੁੰਚੇ। ਉੱਥੇ ਜਾ ਕਰਕੇ ਆਪਣੇ ਸਾਰੇ ਪਰਿਵਾਰ, ਸ਼ਰੀਕੇ ਦੇ, ਭਾਈਚਾਰੇ ਦੇ ਜੋ ਮੈਂਬਰ ਸਨ ਉਹਨਾਂ ਨੂੰ ਸਾਰਿਆਂ ਨੂੰ ਮਿਲੇ ਜਾ ਕਰਕੇ। ਸਾਰਿਆਂ ਦੇ ਨਾਲ ਆਪਣੀ ਜਾਣ ਪਹਿਚਾਣ ਕਰਵਾਈ। ਉਹਨਾਂ ਦੀ ਜਾਣ ਪਹਿਚਾਣ ਜਿਹੜੀ ਨੇ ਉਹ ਕੀਤੀ। ਵਿਆਹ ਦਾ ਦਿਨ ਆਇਆ। ਵਿਆਹ ਦੇ ਸਾਰੇ ਜਿਤਨੇ ਵੀ ਕਾਰਜ ਸਨ, ਕੰਮ ਸਨ, ਉਹ ਕੀਤੇ। ਨਿਰਵਿਘਨਤਾ ਸਹਿਤ ਵਿਆਹ ਦਾ ਕਾਰਜ ਸੰਪੰਨ ਹੋਇਆ। ਉਪਰੰਤ ਪਿਤਾ ਸਤਿਗੁਰਾਂ ਦੇ ਹੁਕਮ ਅਨੁਸਾਰ ਜੋ ਧਰਮਸ਼ਾਲਾ ਸੀ ਉੱਥੇ ਆਪ ਜੀ ਨੇ ਆਸਣ ਲਾਇਆ ਜੀ। ਰੋਜ਼ਾਨਾ ਹੀ ਦੋਨੋਂ ਟਾਈਮ ਸਤ ਸੰਗਤ ਜਿਹੜੀ ਹੈ ਧਰਮਸ਼ਾਲਾ ਦੇ ਵਿੱਚ ਹੁੰਦੀ ਹੈ। ਗੁਰਸਿੱਖ ਸੰਗਤਾਂ ਜੁੜਦੀਆਂ ਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਰਿਆਂ ਨੂੰ ਗੁਰਸਿੱਖੀ ਦਾ ਉਪਦੇਸ਼ ਦਿੰਦੇ ਹੈ, ਨਿਹਾਲ ਕਰਦੇ ਹੈ। ਹੁਣ ਭਾਵੇਂ ਸਤਿਗੁਰੂ ਜੀ ਲਾਹੌਰ ਦੇ ਵਿੱਚ ਰਹਿ ਰਹੇ ਸਰੀਰ ਕਰਕੇ, ਪਰ ਮਨ ਉਹਨਾਂ ਦਾ ਜਿਹੜਾ ਉਹ ਅੰਮ੍ਰਿਤਸਰ ਵਿਖੇ ਪਿਤਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਟਿਕਿਆ ਹੋਇਆ। ਚੇਤੇ ਕਰਦੇ ਹੈ, ਕਦੇ ਸ਼ਹਿਰ ਤੋਂ ਬਾਹਰ ਆ ਕਰਕੇ ਅੰਮ੍ਰਿਤਸਰ ਦਾ ਰਸਤਾ ਜਿਹੜਾ ਉਸ ਨੂੰ ਤੱਕਦੇ ਹੈ, ਦੇਖਦੇ ਹੈ ਕਿ ਪਿਤਾ ਸਤਿਗੁਰਾਂ ਨੇ ਕਿਸੇ ਨੂੰ ਭੇਜਿਆ ਹੋਵੇ ਮੈਨੂੰ ਲੈਣ ਦੇ ਵਾਸਤੇ, ਪਰ ਕੋਈ ਨਹੀਂ ਦਿਸਦਾ। ਕਦੇ ਸਤਿਗੁਰੂ ਜੀ ਕੋਠੇ ਦੇ ਉੱਪਰ ਚੜ੍ਹ ਜਾਂਦੇ ਹੈ, ਅੰਮ੍ਰਿਤਸਰ ਸਾਹਿਬ ਨੂੰ ਤੱਕਦੇ ਹੈ, ਦੇਖਦੇ ਹੈ, ਕੋਈ ਆਉਂਦਾ ਦਿਖਾਈ ਨਹੀਂ ਦਿੰਦਾ। ਸਤਿਗੁਰਾਂ ਦੇ ਦਰਸ਼ਨ ਕਰਨ ਤੋਂ ਬਿਨਾਂ ਜੋ ਹਾਲਤ ਹੈ ਬਹੁਤ ਬਿਹਬਲ ਜਿਹੜੀ ਨਾ ਇਹ ਹੋਈ ਹੈ। ਨੇਤਰਾਂ ਦੇ ਵਿੱਚੋਂ ਹਰ ਵਕਤ ਜਲ ਚੱਲਦਾ ਰਹਿੰਦਾ ਹੈ। ਮੁਖ ਦਾ ਰੰਗ ਪੀਲਾ ਪੈ ਗਿਆ। ਘੱਟ ਖਾਂਦੇ, ਘੱਟ ਸੌਂਦੇ, ਘੱਟ ਬੋਲਦੇ ਹੈ। ਇਹੋ ਜਿਹੀ ਅਵਸਥਾ ਹਾਲਤ ਜਿਹੜੀ ਹੈ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਬਣੀ ਹੋਈ ਹੈ। ਅਖੀਰ ਜਦੋਂ ਕਾਫੀ ਸਮਾਂ ਲਾਹੌਰ ਦੇ ਵਿੱਚ ਰਹਿੰਦਿਆਂ ਨੂੰ ਬਤੀਤ ਹੋਇਆ, ਗੁਜ਼ਰਿਆ, ਤਾਂ ਇੱਕ ਦਿਨ ਪਿਤਾ ਸਤਿਗੁਰਾਂ ਨੂੰ ਜਨਾਉਣ ਦੇ ਵਾਸਤੇ ਕਿ ਤੁਸੀਂ ਤਾਂ ਕਹਿੰਦੇ ਸੀ ਕਿ ਤੁਹਾਨੂੰ ਛੇਤੀ ਬੁਲਾ ਲਵਾਂਗੇ, ਪਰ ਅਜੇ ਤੱਕ ਬੁਲਾਇਆ ਨਹੀਂ। ਗੁਰਬਾਣੀ ਦਾ ਸ਼ਬਦ ਉਚਾਰਨ ਕੀਤਾ, ਜਿਸ ਦੀ ਪਹਿਲੀ ਪੌੜੀ ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈ, ਬਿਰਪ ਕਰੇ ਚਾਲ ਸਕੀ ਨਹੀਂ ਆਈ। ਇਹ ਲਿਖਿਆ ਕਾਗਜ਼ ਦੇ ਉੱਪਰ। ਕਾਗਜ਼ ਨੂੰ ਇਕੱਠਿਆਂ ਕੀਤਾ। ਇੱਕ ਗੁਰਸਿੱਖ ਨੂੰ ਕਿਹਾ ਕਿ ਭਾਈ ਇਹ ਅੰਮ੍ਰਿਤਸਰ ਵਿਖੇ ਜਾਓ। ਇਹ ਸਾਡੀ ਜਿਹੜੀ ਚਿੱਠੀ ਹੈ ਇਹ ਸਾਡੇ ਸਤਿਕਾਰਯੋਗ ਪਿਤਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਨੂੰ ਜਾ ਕਰਕੇ ਦੇਣੀ। ਇਹ ਗੁਰਸਿੱਖ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਸੋਂ ਜੀ ਚਿੱਠੀ ਲੈ ਕਰਕੇ ਰਸਤੇ ਨੂੰ ਤੈਅ ਕਰਦਾ ਲਾਹੌਰ ਤੋਂ ਅੰਮ੍ਰਿਤਸਰ ਵਿਖੇ ਪਹੁੰਚਿਆ। ਅੰਮ੍ਰਿਤਸਰ ਵਿਖੇ ਪਹੁੰਚਦਿਆਂ ਇਸ ਦਾ ਮਿਲਾਪ
ਪ੍ਰਿਥੀ ਚੰਦ ਦੇ ਨਾਲ ਹੋਇਆ। ਜੀ ਪ੍ਰਿਥੀ ਚੰਦ ਨੇ ਪੁੱਛਿਆ, ਆਪ ਕਿੱਥੋਂ ਆਏ ਹੋ, ਕਿਸ ਵਾਸਤੇ ਆਏ ਹੋ? ਗੁਰਸਿੱਖ ਕਹਿਣ ਲੱਗਾ, ਮੈਂ ਇਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਿੱਠੀ ਲੈ ਕਰਕੇ ਆਇਆ ਲਾਹੌਰ ਤੋਂ। ਸਤਿਗੁਰਾਂ ਨੂੰ ਇਹ ਮੈਂ ਚਿੱਠੀ ਦੇਣ ਦੇ ਵਾਸਤੇ ਆਏ ਹਾਂ। ਪ੍ਰਿਥੀ ਚੰਦ ਕਹਿਣ ਲੱਗਾ, ਦਿਖਾਓ ਚਿੱਠੀ ਕਿਹੜੀ ਹੈ? ਜਿਸ ਵਕਤ ਜਦੋਂ ਚਿੱਠੀ ਇਹ ਪੜ੍ਹੀ, ਦੇਖਿਆ ਕਿ ਇਹ ਤਾਂ ਮੇਰਾ ਛੋਟਾ ਭਰਾ ਇਹ ਗੁਰਬਾਣੀ ਲਿਖਣ ਲੱਗ ਪਿਆ, ਗੁਰਬਾਣੀ ਰਚਣ ਲੱਗ ਪਿਆ। ਮਨ ਦੇ ਫੇਰ ਖੋਟ ਆਈ ਇਸ ਦੇ ਕਿ ਜੇ ਮੈਂ ਇਹ ਚਿੱਠੀ ਪਿਤਾ ਸਤਿਗੁਰਾਂ ਨੂੰ ਦੇ ਦਿੱਤੀ, ਚਿੱਠੀ ਪੜ੍ਹਦਿਆਂ ਸਾਰ ਇਹਨਾਂ ਨੇ ਲਾਹੌਰ ਤੋਂ ਉਹਨਾਂ ਨੂੰ ਬੁਲਾ ਲੈਣਾ, ਗੁਰਤਗਦੀ ਉਹਨਾਂ ਨੂੰ ਦੇ ਦੇਣੀ ਹੈ, ਮੈਂ ਖਾਲੀ ਰਹਿ ਜਾਵਾਂਗਾ। ਗੁਰਸਿੱਖ ਨੂੰ ਕਹਿਣ ਲੱਗਾ, ਭਾਈ ਲੰਗਰ ਪ੍ਰਸਾਦ ਦਾ ਆ ਛਾਕ ਤੇ ਤੂੰ ਹੁਣ ਵਾਪਸ ਲਾਹੌਰ ਨੂੰ ਚਲੇ ਜਾ, ਇਹ ਚਿੱਠੀ ਜਿਹੜੀ ਹੈ ਮੈਂ ਆਪੇ ਪਿਤਾ ਸਤਿਗੁਰਾਂ ਨੂੰ ਦੇ ਦੇਵਾਂਗਾ। ਜੀ ਗੁਰਸਿੱਖ ਨੂੰ ਇਸ ਗੱਲ ਦਾ ਪਤਾ ਨਹੀਂ ਸੀ। ਉਸਨੇ ਲੰਗਰ ਪ੍ਰਸਾਦਾ ਛਕਿਆ, ਵਾਪਸ ਲਾਹੌਰ ਨੂੰ ਚਲੇ ਗਿਆ। ਹੁਣ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਉਡੀਕ ਰਹੇ ਹੈ ਕਿ ਚਿੱਠੀ ਦਾ ਜਵਾਬ। ਕੋਈ 10-15 ਦਿਨ ਬਤੀਤ ਹੋਏ, ਚਿੱਠੀ ਦਾ ਕੋਈ ਜਵਾਬ ਨਹੀਂ ਆਇਆ। ਫਿਰ ਦੁਬਾਰਾ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਸ਼ਬਦ ਦਾ ਜਿਹੜਾ ਦੂਸਰਾ ਪਦਾ ਸੀ, ਤੇਰਾ ਮੁਖ ਸੁਹਾਵਾ ਜੀ, ਇਹ ਸਾਰਾ ਪਦਾ ਲੇਖ ਕਰਕੇ ਫਿਰ ਉਸ ਗੁਰਸਿੱਖ ਨੂੰ ਦੇ ਦਿੱਤਾ ਕਿ ਜਾਓ ਇਹ ਚਿੱਠੀ ਪਿਤਾ ਸਤਿਗੁਰਾਂ ਨੂੰ ਦਿਓ। ਸੰਖੇਪ ਦੇ ਵਿੱਚ ਗੁਰਸਿੱਖ ਆਇਆ, ਦੂਸਰੀ ਚਿੱਠੀ ਵੀ ਇਹ ਪ੍ਰਿਥੀ ਚੰਦ ਦੇ ਹੱਥ ਲੱਗੀ। ਪ੍ਰਿਥੀ ਚੰਦ ਨੇ ਫਿਰ ਸਿੱਖ ਨੂੰ ਵਾਪਸ ਮੋੜ ਦਿੱਤਾ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਉਡੀਕ ਕਰ ਰਹੇ ਚਿੱਠੀ ਦੇ ਜਵਾਬ ਦੀ, ਪਰ ਜਵਾਬ ਕੋਈ ਨਹੀਂ, ਕਿਉਂਕਿ ਪਿਤਾ ਸਤਿਗੁਰਾਂ ਨੂੰ ਇਹ ਚਿੱਠੀਆਂ ਮਿਲੀਆਂ ਨੇ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤੀਸਰੀ ਚਿੱਠੀ ਜਿਹੜੀ ਹੈ ਇਹ ਲਿਖ ਕਰਕੇ ਗੁਰਸਿੱਖ ਨੂੰ ਤਾਕੀਦ ਕੀਤੀ ਹੈ ਕਿ ਭਾਈ ਪ੍ਰਿਥੀ ਚੰਦ ਨੂੰ ਜੋ 2 ਚਿੱਠੀਆਂ ਦਿੱਤੀਆਂ ਉਹਨਾਂ ਨੇ ਪਿਤਾ ਸਤਿਗੁਰਾਂ ਦੇ ਕੋਲ ਪਹੁੰਚਾਈਆਂ ਨਹੀਂ। ਇਹ ਤੀਸਰੀ ਚਿੱਠੀ ਜਿਹੜੀ ਹੈ ਇਹ ਪ੍ਰਿਥੀ ਚੰਦ ਨੂੰ ਨਹੀਂ ਤੂੰ ਦੇਣੀ। ਜੇਕਰ ਤੈਨੂੰ ਉਹ ਮਿਲੇ ਵੀ, ਦਿਸੇ ਵੀ, ਉਸ ਤੋਂ ਪਾਸਾ ਵੱਟ ਜਾਣਾ। ਜਿਸ ਵਕਤ ਪਿਤਾ ਸਤਿਗੁਰੂ ਜੀ ਦੀਵਾਨ ਦੇ ਵਿੱਚ ਸੁਭਾਏਮਾਨ ਹੋਣ, ਉਸ ਵਕਤ ਅਚਾਨਕ ਜਾ ਕਰੇ ਕਿ ਇਹ ਚਿੱਠੀ ਉਹਨਾਂ ਦੇ ਅੱਗੇ ਰੱਖ ਦਿਓ। ਗੁਰਸਿੱਖ ਲਾਹੌਰ ਤੋਂ ਚੱਲ ਕਰਕੇ ਅੰਮ੍ਰਿਤਸਰ ਵਿਖੇ ਆਇਆ ਇਹ ਤੀਸਰੀ ਚਿੱਠੀ ਲੈ ਕਰਕੇ। ਹੁਣ ਪ੍ਰਿਥੀ ਚੰਦ ਤੋਂ ਪਾਸਾ ਵੱਟ ਕੇ ਜਿਸ ਵਕਤ ਸਤਿਗੁਰੂ ਜੀ ਦੀਵਾਨ ਦੇ ਵਿੱਚ ਸੁਸ਼ੋਭਿਤ ਸਨ, ਗੁਰਸਿੱਖ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇ ਰਹੇ ਸਨ। ਗੁਰਸਿੱਖ ਆਇਆ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ, ਦੋਵੇਂ ਹੱਥ ਜੋੜ ਕਰਕੇ ਅਸੀਸ ਝੁਕਾ ਕਰਕੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ। ਨਮਸਕਾਰ ਕਰਨ ਤੋਂ ਉਪਰੰਤ ਇਹ ਚਿੱਠੀ ਸਤਿਗੁਰਾਂ ਦੇ ਹੱਥ ਦੇ ਵਿੱਚ, ਹਸਤ ਕਮਲਾਂ ਦੇ ਵਿੱਚ ਦਿੱਤੀ ਹੈ। ਹੁਣ ਜਿਸ ਵਕਤ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਨੇ ਇਹ ਚਿੱਠੀ ਖੋਲੀ ਔਰ ਇਹ ਚਿੱਠੀ ਦੇ ਉੱਪਰ 3 ਅੰਗ ਜਿਹੜਾ ਇਹ ਲਿਖਿਆ ਹੋਇਆ ਸੀ ਕਿ ਇਹ ਤੀਸਰੀ ਚਿੱਠੀ ਹੈ। ਪੁੱਛਣ ਲੱਗੇ ਗੁਰਸਿੱਖ ਨੂੰ ਕਿ ਭਾਈ ਇਹ ਚਿੱਠੀ ਦੇ ਉੱਪਰ 3 ਅੰਗ ਲਿਖਿਆ ਹੋਇਆ, ਪਹਿਲੀਆਂ 2 ਚਿੱਠੀਆਂ ਕਿੱਥੇ ਹੈ? ਗੁਰਸਿੱਖ ਨੇ ਸੱਚੀ ਗੱਲ ਦੱਸੀ ਕਿ ਤੁਹਾਡੇ ਵੱਡੇ ਸਪੁੱਤਰ ਪ੍ਰਿਥੀ ਚੰਦ ਨੂੰ ਮੈਂ ਪਹਿਲਾਂ ਮਿਲਿਆ ਸੀ, ਇਹ 2 ਚਿੱਠੀਆਂ ਜਿਹੜੀਆਂ ਉਹਨਾਂ ਦੇ ਕੋਲ ਹੈ। ਉਸੇ ਵਕਤ ਸਤਿਗੁਰੂ ਜੀ ਨੇ ਪ੍ਰਿਥੀ ਚੰਦ ਨੂੰ ਆਪਣੇ ਕੋਲ ਬੁਲਾਇਆ, ਪੁੱਛਿਆ ਕਿ ਲਾਹੌਰ ਤੋਂ ਜੋ ਚਿੱਠੀਆਂ ਤੇਰੇ ਕੋਲ ਆਈਆਂ ਉਹ ਕਿੱਥੇ, ਸਾਨੂੰ ਦਿਖਾ। ਪ੍ਰਿਥੀ ਚੰਦ ਨੇ ਇਨਕਾਰ ਕਰ ਦਿੱਤਾ, ਝੂਠ ਬੋਲਿਆ ਕਿ ਮੇਰੇ ਕੋਲ ਕੋਈ ਚਿੱਠੀ ਨਹੀਂ ਆਈ। ਅਖੀਰ ਸਤਿਗੁਰੂ ਜੀ ਨੇ ਗੁਰਸਿੱਖ ਦੇ ਤਾਈਂ ਕਿਹਾ ਕਿ ਭਾਈ ਗੁਰਸਿੱਖਾ, ਇਹ ਪ੍ਰਿਥੀ ਚੰਦ ਦੇ ਘਰ ਜਾ,
ਇਹਨੇ ਜਿਹੜਾ ਤੂੜਾ ਉਤਾਰਿਆ ਉਹਦੀ ਜੇਬ ਦੇ ਵਿੱਚ ਇਹ 2 ਚਿੱਠੀਆਂ ਹੈ, ਉਹ ਕੱਢ ਕਰਕੇ ਸਾਡੇ ਕੋਲ ਲਿਆ। ਹੁਣ ਚਿੱਠੀਆਂ ਲਿਆਂਦੀਆਂ ਗਈਆਂ। ਪ੍ਰਿਥੀ ਚੰਦ ਫਿਰ ਵੀ ਮੰਨ ਨਹੀਂ ਰਿਹਾ ਔਰ ਆਪਣੇ ਸਾਹਿਬਜ਼ਾਦੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਦੀਆਂ ਇਹਨਾਂ 3 ਚਿੱਠੀਆਂ ਨੂੰ ਪੜ੍ਹ ਕਰਕੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਆਪਣੇ ਕੋਲ ਬੁਲਾਇਆ। ਕਹਿਣ ਲੱਗੇ, ਬਾਬਾ ਬੁੱਢਾ ਜੀ, ਆਪ ਰਥ ਲੈ ਕਰਕੇ ਜਾਓ ਔਰ ਸਾਡੇ ਸਾਹਿਬਜ਼ਾਦੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਜੋ ਸਾਡੇ ਦਰਸ਼ਨ ਕਰਨਾ ਚਾਹ ਰਹੇ ਹੈ, ਜਿਨ੍ਹਾਂ ਦੀ ਅਵਸਥਾ ਬਹੁਤ ਵਿਆਕੁਲ ਹੋਈ ਹੈ ਦਰਸ਼ਨ ਕਰਨ ਤੋਂ ਬਿਨਾਂ, ਬੜੇ ਅਦਬ ਸਤਿਕਾਰ ਦੇ ਨਾਲ ਸੋ ਇਹ ਰਥ ਦੇ ਵਿੱਚ ਬਿਠਾ ਕਰਕੇ ਉਹਨਾਂ ਨੂੰ ਇੱਥੇ ਸਾਡੇ ਕੋਲ ਲਿਆਉਣਾ। ਸੋ ਸਿੰਘ ਸਾਹਿਬ ਜੀ, ਤੁਸੀਂ ਬਹੁਤ ਹੀ ਸਾਨੂੰ ਵਿਸਥਾਰ ਦੇ ਨਾਲ ਗੁਰੂ ਸਾਹਿਬ ਦਾ ਇਤਿਹਾਸ ਸਰਵਣੀ ਕਰਾ ਰਹੇ ਸੀ। ਸੋ ਸੰਗਤ ਜੀ, ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ ਤੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਏਕ ਓੰਕਾਰ ਏਕ ਓੰਕਾਰ ਏਕ ਓੰਕਾਰ ਸਤਿਗੁਰ ਪ੍ਰਸਾਦ। ਸੰਗਤ ਜੀ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹਾਂ। ਆਓ ਸਿੰਘ ਸਾਹਿਬ ਗਿਆਨੀ ਸੁਖਵਿੰਦਰ ਸਿੰਘ ਹੋਣਾ ਨਾਲ ਫਿਰ ਅੱਗੇ ਇਤਿਹਾਸ ਦੀ ਵਿਚਾਰ ਕਰਦੇ ਹਾਂ। ਸਿੰਘ ਸਾਹਿਬ ਜੀ, ਸਾਨੂੰ ਹੋਰ ਅੱਗੇ ਇਤਿਹਾਸ ਦੀ ਜਾਣਕਾਰੀ ਬਖਸ਼ਿਸ਼ ਕਰੋ। ਕਿਵੇਂ ਸਤਿਗੁਰਾਂ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਹੋਈ? ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਹੁਕਮ ਮੰਨ ਕਰਕੇ ਬਾਬਾ ਬੁੱਢਾ ਜੀ ਲਾਹੌਰ ਵਿਖੇ ਪਹੁੰਚੇ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮਨ ਦੇ ਅੰਦਰ ਬਹੁਤ ਚਾਅ ਉਤਸ਼ਾਹ ਉਤਪੰਨ ਹੋਇਆ ਕਿ ਬਾਬਾ ਬੁੱਢਾ ਜੀ ਸਾਨੂੰ ਲੈਣ ਦੇ ਵਾਸਤੇ ਆਏ। ਹੁਣ ਬਾਬਾ ਬੁੱਢਾ ਜੀ ਦੇ ਨਾਲ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਤੋਂ ਚੱਲ ਕਰਕੇ ਜਿਸ ਵਕਤ ਅੰਮ੍ਰਿਤਸਰ ਵਿਖੇ ਪਹੁੰਚੇ, ਪਿਤਾ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਨੇਤਰਾਂ ਦੇ ਵਿੱਚੋਂ ਇਤਨਾ ਜਾਲ ਭਰ ਕੇ ਵਗਿਆ ਪ੍ਰੇਮ ਦਾ, ਵਿਛੋੜੇ ਦਾ, ਵੈਰਾਗ ਦਾ ਕਿ ਪਿਤਾ ਸਤਿਗੁਰਾਂ ਦੇ ਚਰਨ ਜਿਹੜੇ ਉਹ ਧੋ ਦਿੱਤੇ। ਉਸ ਵਕਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਇਵੇਂ ਆਪਣੇ ਇਹ ਤਿੰਨਾਂ ਹੀ ਸਾਹਿਬਜ਼ਾਦਿਆਂ ਦੀ ਪਰਖ ਕਰਨ ਤੋਂ ਉਪਰੰਤ ਗੁਰਤਾ ਗੱਦੀ ਦੇਣ ਦਾ ਜਿਹੜਾ ਮਨ ਉਹ ਜਦੋਂ ਮਨਾਇਆ ਤਾਂ ਉਸ ਵਕਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਆਪਣੇ ਪਾਸ ਬੁਲਾਇਆ ਔਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੇ ਸਾਹਿਬਜ਼ਾਦੇ ਨੂੰ ਬਿਠਾ ਕਰਕੇ 5 ਪੈਸੇ ਤੇ ਨਾਰੀਅਲ ਚਰਨਾਂ ਤੇ ਰੱਖ ਕਰਕੇ 3 ਪਰਿਕਰਮਾਂ ਜਿਹੜੀਆਂ ਉਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਨੇ ਕਰ ਆਪਣੇ ਸਾਹਿਬਜ਼ਾਦੇ ਨੂੰ ਪੰਚਮ ਸਰੂਪ ਬਣਾ ਕਰਕੇ ਚਰਨਾਂ ਤੇ ਨਮਸਕਾਰ ਕਰ ਦਿੱਤੀ। ਬਾਬਾ ਬੁੱਢਾ ਜੀ ਨੇ ਗੁਰੂ ਘਰ ਦੀ ਰੀਤ ਦੇ ਅਨੁਸਾਰ ਗੁਰਤਾ ਗੱਦੀ ਦਾ ਜਿਹੜਾ ਤਿਲਕ ਸੀ ਉਹ ਲਗਾਉਣਾ ਕੀਤਾ। ਸੋ ਇਸ ਪ੍ਰਕਾਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਆਪਣੇ ਤਿੰਨਾਂ ਹੀ ਸਾਹਿਬਜ਼ਾਦਿਆਂ ਦੀ ਪਰਖ ਕਰਨ ਤੋਂ ਉਪਰੰਤ ਪਰਖ ਦੇ ਵਿੱਚ ਸਭ ਤੋਂ ਛੋਟੇ ਸਾਹਿਬਜ਼ਾਦੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਖਰੇ ਉਤਰੇ ਤਾਂ ਉਸ ਵਕਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ
ਆਪਣੇ ਸਾਹਿਬਜ਼ਾਦੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੁਰਤਾ ਗੱਦੀ ਦਾ ਜਿਹੜਾ ਮਾਲਕ ਸੀ ਉਹ ਬਣਾ ਦਿੱਤਾ। ਸਮੂਹ ਗੁਰ ਸਿੱਖ ਸੰਗਤਾਂ ਨੂੰ ਹੁਕਮ ਕੀਤਾ ਹੈ ਕਿ ਭਾਈ ਜਿਵੇਂ ਸਾਰੇ ਸਾਡੇ ਚਰਨਾਂ ਤੇ ਆ ਕਰਕੇ ਨਮਸਕਾਰਾਂ ਤੁਸੀਂ ਕਰਦੇ ਸੀ, ਸਾਨੂੰ ਅਮੋਲਕ ਭੇਟਾਵਾਂ ਅਰਪਣ ਕਰਦੇ ਸੀ, ਸੋ ਅੱਜ ਤੋਂ ਬਾਅਦ ਸਾਡੀ ਜਗ੍ਹਾ ਇਹ ਸਾਡੇ ਸਪੁੱਤਰ, ਇਹਨਾਂ ਦੇ ਚਰਨਾਂ ਤੇ ਤੁਸੀਂ ਨੇ ਆ ਕਰਕੇ ਨਮਸਕਾਰਾਂ ਕਰਨੀਆਂ, ਇਹਨਾਂ ਨੂੰ ਅਮੋਲਕ ਭੇਟਾਵਾਂ ਜਿਹੜੀਆਂ ਨੇ ਇਹ ਤੁਸੀਂ ਨੇ ਇਹ ਅਰਪਣ ਕਰਨੀਆਂ। ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੁਰਤਾ ਗੱਦੀ ਦੇ ਇਹ ਪੰਜਵੇਂ ਹੁਣ ਇਹ ਮਾਲਕ ਸਾਡੇ ਸਾਹਿਬਜ਼ਾਦੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹਨ। ਜਦੋਂ ਇਵੇਂ ਸਤਿਗੁਰਾਂ ਨੇ ਬਚਨ ਕੀਤਾ, ਜਿਤਨੀਆਂ ਵੀ ਗੁਰਸਿੱਖ ਸੰਗਤਾਂ ਇਕੱਤਰ ਸਨ, ਸਾਰੇ ਨੇ ਪਿਤਾ ਸਤਿਗੁਰਾਂ ਦਾ ਬਚਨ ਮੰਨ ਕਰਕੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਤੇ ਨਮਸਕਾਰਾਂ ਕੀਤੀਆਂ, ਅਮੋਲਕ ਭੇਟਾਵਾਂ ਅਰਪਣ ਕਰਕੇ ਤੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਦਾ ਹੁਕਮ ਮੰਨ ਕੇ ਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਆਪਣੇ ਗੁਰੂ ਸਵੀਕਾਰ ਕਰਨਾ ਕੀਤਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਣੇ ਜੀਵਨ ਦੇ ਵਿੱਚ ਕਿਹੜੇ-ਕਿਹੜੇ ਅਸਥਾਨ ਨਗਰ ਵਸਾਏ ਸਨ ਜੀ? ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਹੋ ਕਰਕੇ ਜੋ ਉਹਨਾਂ ਨੇ ਧਾਰਮਿਕ ਸਮਾਜਿਕ ਕਾਰਜ ਕੀਤੇ ਉਹ ਕਥਨ ਕਰਨ ਤੋਂ ਰਹਿਤ ਹੈ। ਔਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਹੋ ਕਰਕੇ ਜੋ ਤਰਨ ਤਾਰਨ ਸਾਹਿਬ ਨਗਰ ਇਹ ਵਸਾਇਆ, ਔਰ ਇੱਥੇ ਹੀ ਇੱਕ ਕੋੜੀਆਂ ਨੂੰ ਠੀਕ ਕਰਨ ਦਾ ਹਸਪੀਟਲ ਜਿਹੜਾ ਉਹ ਵੀ ਕਾਇਮ ਕੀਤਾ। ਇਸ ਤੋਂ ਇਲਾਵਾ ਜਲੰਧਰ ਦੇ ਨਜ਼ਦੀਕ ਜੋ ਕਰਤਾਰਪੁਰ ਸਾਹਿਬ ਨਗਰ ਹੈ ਉਹ ਵੀ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵਸਾਉਣਾ ਕੀਤਾ। ਇਸੇ ਤਰ੍ਹਾਂ ਹੀ ਬਿਆਸਾ ਦਰਿਆ ਦੇ ਕਿਨਾਰੇ ਤੇ ਜੋ ਸ੍ਰੀ ਹਰਗੋਬਿੰਦਪੁਰ ਸਾਹਿਬ ਨਗਰ ਹੈ ਇਹ ਵਸਾ ਕਰਕੇ ਤੇ ਆਪਣੇ ਸਾਹਿਬਜ਼ਾਦੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਮ ਤੇ ਇਸ ਦਾ ਜਿਹੜਾ ਨਾਮ ਹੈ ਉਹ ਰੱਖਣਾ ਕੀਤਾ। ਵਿਸ਼ੇਸ਼ ਤੌਰ ਤੇ ਇਹ ਸਤਿਗੁਰਾਂ ਨੇ ਤਿੰਨ ਜਿਹੜੇ ਇਹ ਨਗਰ ਇਹ ਵਸਾਉਣਾ ਕੀਤੇ ਤੇ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤ ਸਰੋਵਰ, ਇਸੇ ਤਰ੍ਹਾਂ ਰਾਮਦਾਸ ਸਰੋਵਰ, ਸੰਤੋਖਸਰ ਸਰੋਵਰ, ਇਹ ਸਰੋਵਰ ਜਿਹੜੇ ਇਹ ਸਤਿਗੁਰਾਂ ਨੇ ਬਣਾਉਣਾ ਕੀਤੇ। ਔਰ ਅੰਮ੍ਰਿਤ ਸਰੋਵਰ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਜਿਹੜਾ ਇਹ ਉਸਾਰਨਾ ਕੀਤਾ। ਇਸ ਤਰ੍ਹਾਂ ਇਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਇਹ ਨਗਰ ਵਸਾਏ ਔਰ ਨਗਰਾਂ ਨੂੰ ਬਹੁਤ ਜ਼ਿਆਦਾ ਆਬਾਦੀ ਦੇ ਸਹਿਤ ਕੀਤਾ ਔਰ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਦੇ ਵਾਸਤੇ ਇਹ ਮਹਾਨ ਵੱਡੇ ਜਿਹੜੇ ਕੇਂਦਰ ਇਹ ਸਤਿਗੁਰਾਂ ਨੇ ਸਥਾਪਨ ਜਿਹੜੇ ਇਹ ਕਰਨਾ ਕੀਤੇ। ਸਿੰਘ ਸਾਹਿਬ ਜੀ, ਸਤਿਗੁਰਾਂ ਨੇ ਆਪਣੇ ਜੀਵਨ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾਈ, ਉਹ ਕਿੱਥੇ ਤੇ ਕਿਉਂ ਕਰਵਾਈ ਸੀ ਜੀ? ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਇਹ ਸਥਾਪਨਾ ਕਿਉਂ ਇਹ ਕਰਨਾ ਕੀਤੀ, ਕੀ ਲੋੜ ਪਈ? ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਜੋ ਪਵਿੱਤਰ ਬਾਣੀ ਆਨੰਦ ਸਾਹਿਬ ਹੈ, ਜਿਸ ਵਕਤ ਆਪਾਂ ਉਹ ਪੜ੍ਹਦੇ ਹਾਂ
ਤਾਂ ਉਸ ਦੇ ਵਿੱਚ ਸਤਿਗੁਰਾਂ ਨੇ ਅੰਕਿਤ ਕੀਤਾ ਕਿ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰੂ ਬੱਝ ਹੋਰ ਕੱਚੀ ਬਾਣੀ। ਇਹ ਸਤਿਗੁਰਾਂ ਨੇ ਕਿਉਂ ਕਹਿਣ ਦੀ ਇਹ ਲੋੜ ਪਈ, ਕਿਉਂ ਜ਼ਰੂਰਤ ਪਈ? ਕਿਉਂਕਿ ਉਸ ਸਮੇਂ ਤੋਂ ਇਹ ਜਿਹੜੀ ਕੱਚੀ ਬਾਣੀ ਜਿਹੜੇ ਲਿਖਣ ਵਾਲੇ ਸਨ, ਰਲਾ ਗੋਬਲਾ ਕਰਨ ਵਾਲੇ ਸਨ, ਇਹ ਕਰਨਾ ਇਹਨਾਂ ਨੇ ਸ਼ੁਰੂ ਕਰ ਦਿੱਤਾ ਸੀ ਜੀ। ਹੁਣ ਜਿਹੜੇ ਇਹ ਚਤਰ ਲੋਕ ਸਨ, ਬਾਣੀ ਕਵਿਤਾ ਤਾਂ ਉਹ ਆਪਣੀ ਰਚਦੇ, ਅਖੀਰ ਦੇ ਵਿੱਚ ਨਾਨਕ ਨਾਮ ਦੀ ਮੋਹਰ ਲਾ ਕੇ ਲੇਖਾ ਖੜਾ ਕਰਦੇ ਸਨ। ਜਿਵੇਂ ਆਪ ਦਿਆ ਸੋ ਦੂਧ ਬਰਾਬਰ, ਮੰਗ ਲਿਆ ਸੋ ਪਾਣੀ, ਖੋ ਲਿਆ ਸੋ ਰਖਤ ਬਰਾਬਰ, ਕਹੋ ਨਾਨਕ ਨਿਰਭਾਣੀ। ਜੀ ਹੈ ਤਾਂ ਇਹ ਬਾਹਰੋਂ ਹੈ, ਪਰ ਨਾਨਕ ਨਾਮ ਦੀ ਜੋ ਮੋਹਰ ਆਉਂਦੀ ਹੈ, ਜੋ ਇਹ ਭੋਲੇ ਭਾਲੇ ਗੁਰਸਿੱਖ ਸੰਗਤਾਂ ਦੇ ਮਨਾਂ ਦੇ ਅੰਦਰ ਇਹ ਜਿਹੜੇ ਸੰਕੇ ਬਣੇ ਹੋਏ ਸਨ ਕਿ ਇਹ ਗੁਰੂ ਕੀ ਬਾਣੀ ਹੈ ਜਾਂ ਇਹ ਗੁਰੂ ਕੀ ਬਾਣੀ ਨਹੀਂ ਹੈ, ਇਹਨਾਂ ਸੰਕਿਆਂ ਨੂੰ ਨਿਵਰਤ ਕਰਨ ਦੇ ਵਾਸਤੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮਹਾਨ ਉਦਮ ਉਪਰਾਲਾ ਜਿਹੜਾ ਉਹ ਕੀਤਾ। ਬਾਬਾ ਮੋਹਨ ਜੀ ਦੇ ਪਾਸ ਜੋ ਬਾਣੀ ਦੀਆਂ ਪੋਥੀਆਂ ਸਨ, ਉਹ ਉਥੋਂ ਬੜੇ ਅਦਬ ਸਤਿਕਾਰ ਦੇ ਨਾਲ ਗੋਇੰਦਵਾਲ ਸਾਹਿਬ ਤੋਂ ਲਿਆ ਕਰਕੇ ਅੰਮ੍ਰਿਤਸਰ ਵਿਖੇ ਪਹੁੰਚ ਕਰਕੇ ਔਰ ਗੁਰੂ ਰਾਮਸਰ ਸਾਹਿਬ ਜੋ ਗੁਰਦੁਆਰਾ ਰਾਮਸਰ ਸਾਹਿਬ, ਇਸ ਅਸਥਾਨ ਤੇ ਬਹੁਤ ਸੋਹਣਾ ਸੁੰਦਰ ਤੰਬੂ ਲਗਵਾ ਕਰਕੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਗਾ ਕਰਕੇ ਔਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਇਹ ਸਥਾਪਨਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਕਰਨਾ ਕੀਤੀ, ਤਾਂ ਕਿ ਸਾਰਿਆਂ ਨੂੰ ਇਹ ਪਤਾ ਚੱਲ ਜਾਵੇ ਕਿ ਗੁਰੂ ਸਾਹਿਬ ਦੀ ਜੋ ਬਾਣੀ ਹੈ ਉਹ ਕੇਵਲ ਤਾਂ ਕੇਵਲ ਇਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਇਸ ਤੋਂ ਬਾਹਰਲੀ ਜਿਹੜੀ ਕੋਈ ਵੀ ਬਾਣੀ ਹੈ ਉਹ ਗੁਰੂ ਕੀ ਬਾਣੀ ਨਹੀਂ। ਸੋ ਇਸ ਪ੍ਰਕਾਰ ਇਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਕਲਯੁਗੀ ਜੀਵਾਂ ਦੇ ਉੱਪਰ ਬਹੁਤ ਮਹਾਨ ਨਾ ਗਿਣੇ ਜਾਣ ਵਾਲੇ ਜੋ ਪਰ ਉਪਕਾਰ ਕੀਤੇ, ਉਹਨਾਂ ਦੇ ਵਿੱਚੋਂ ਇਹ ਵਿਸ਼ੇਸ਼ ਤੌਰ ਤੇ ਇਹ ਪਰ ਉਪਕਾਰ ਹੈ ਕਿ ਸਤਿਗੁਰਾਂ ਨੇ ਇਹ ਜਗਤ ਦੇ ਲੰਦੇ ਨੂੰ ਇਸ ਭੈਦਾਇਕ ਸੰਸਾਰ ਸਮੁੰਦਰ ਤੋਂ ਪਾਰ ਕਰਨ ਦੇ ਵਾਸਤੇ ਇਹ ਪਵਿੱਤਰ ਗੁਰਬਾਣੀ ਜਿਹੜੀ ਹੈ ਇਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਜਗ੍ਹਾ ਤੇ ਇਕੱਤਰਿਤ ਕਰਕੇ ਇਹ ਸਾਰੀ ਗੁਰਸਿੱਖ ਸੰਗਤਾਂ, ਨਾਨਕ ਨਾਮ ਲੇਵਾ ਗੁਰਸਿੱਖ ਸੰਗਤਾਂ ਦੇ ਉੱਪਰ ਬਹੁਤ ਭਾਰੀ ਪਾਰ ਉਪਕਾਰ ਜਿਹੜਾ ਨਾ ਉਹ ਕਰਨਾ ਕੀਤਾ। ਸੋ ਅਖੀਰ ਦੇ ਵਿੱਚ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਹ ਗੁਰਤਾ ਗੱਦੀ ਦਿਵਸ ਦੀਆਂ ਸਮੂਹ ਨਾਨਕ ਨਾਮ ਲੇਵਾ ਗੁਰਸਿੱਖ ਸੰਗਤਾਂ ਨੂੰ ਜਿੱਥੇ ਬਹੁਤ ਬਹੁਤ ਮੁਬਾਰਕਾਂ ਵਧਾਈਆਂ। ਸਮੂਹ ਸਰੋਤਾ ਜਨ, ਪ੍ਰਬੰਧਕ ਜਨ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਗੁਰਤਾ ਗੱਦੀ ਦੇ ਇਤਿਹਾਸ ਨੂੰ ਸੰਗਤ ਦੇ ਸਾਹਮਣੇ ਰੱਖਿਆ ਹੈ। ਅਸੀਂ ਬਹੁਤ ਬਹੁਤ ਆਪ ਜੀ ਦੇ ਧੰਨਵਾਦੀ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਤੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਸੁਖਵਿੰਦਰ ਸਿੰਘ ਜੀ, ਜਿਹੜੇ ਸਾਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਤਾ ਗੱਦੀ ਦੇ ਇਤਿਹਾਸ ਨੂੰ ਸਰਵਣੀ ਕਰਵਾ ਰਹੇ ਸਾਂ। ਸੰਗਤ ਜੀ,
ਆਸ ਹੈ ਸਾਡਾ ਇਹ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ। ਹੁਣ ਮੈਨੂੰ ਦਾਸ ਭਾਈ ਜਸਵੀਰ ਸਿੰਘ ਵੇਰਕਾ ਨੂੰ ਆਗਿਆ ਬਖਸ਼ਿਸ਼ ਕਰੋ। ਮੁੜ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਵਾਂਗਾ। ਮਹਾਨ ਕੋਸ਼ ਗੁਰ ਇਤਿਹਾਸ ਦਾ ਪ੍ਰੋਗਰਾਮ ਲੈ ਕੇ ਤੁਸੀਂ ਦੇਖਦੇ ਰਹੋ ਸਾਂਝਾ ਟੀਵੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।